ਜੇ ਦੇਸ਼ ਦੀ ਆਜ਼ਾਦੀ ਵਾਸਤੇ ਜੂਝਣ ਵਾਲਿਆਂ ਦੀ ਲੜੀ ਸ਼ੁਰੂ ਕਰੀਏ ਤੇ ਗੁਰਮੁਖ ਪਿਆਰਿਓ, ਉਹ ਸੂਰਮਿਆਂ ਦੀ ਲੜੀ ਵੀ ਮੁੱਕਣ ਵਿੱਚ ਨਹੀਂ ਆਉਂਦੀ। ਕਿੰਨੀਆਂ ਸ਼ਹਾਦਤਾਂ, ਫਾਂਸੀਆਂ ਦੇ ਰੱਸੇ ਚੁੰਮੇ, ਕਾਲੇ ਪਾਣੀ ਗਏ, ਸਰਹੱਦਾਂ ਦੇ ਉੱਤੇ ਸ਼ਹਾਦਤਾਂ ਪਾਈਆਂ ਦੇਸ਼ ਦੇ ਵਾਸਤੇ। ਉਹਨਾਂ ਦੀ ਵੀ ਗਿਣਤੀ ਜਿਹੜੀ ਹੈ ਗੁਰਮੁਖ ਪਿਆਰਿਓ ਗਿਣੀ ਨਹੀਂ ਜਾਂਦੀ, ਅਣਗਿਣਤ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਪਾਈ ਪਿਰਤ, ਦਸ਼ਮੇਸ਼ ਦੇ ਸਾਹਮਣੇ ਖੜ ਕੇ ਦੋਵੇਂ ਹੱਥ ਜੋੜ ਸਿਰ ਝੁਕਾ ਕੇ ਆਖਿਆ ਸੀ, ਗੁਰੂ ਦੇਵ ਪਿਤਾ ਭੇਜੋ ਜੰਗ ਦੇ ਮੈਦਾਨ ਵਿੱਚ ਧਰਮ ਦੀ ਲੜਾਈ ਲੜਦਾ। ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਤੋ ਜੀਤਾ ਵਾਪਸ ਨਹੀਂ ਆਊਂਗਾ। ਸੱਚੇ ਪਾਤਸ਼ਾਹ ਮਹਾਰਾਜ ਜੰਗ ਦੇ ਮੈਦਾਨ ਵਿੱਚ ਤੋਰੋ। ਸਤਿਗੁਰ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਦਸ਼ਮੇਸ਼ ਪਾਤਸ਼ਾਹ ਦੇ ਸਨਮੁਖ ਖੜ ਕੇ ਆਖਿਆ, ਕੱਚੀ ਇਸ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ। ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਦਾਤਾ ਵੇਖਦਾ ਰਹੀ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ। ਟੁੱਬੀ ਮਾਰ ਕੇ ਸਰਸਾ ਦੇ ਰੋੜੇ ਅੰਦਰ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ। ਗੱਜ ਕੇ ਆਖੋ ਸਤਨਾਮ। ਉਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ, ਲੱਖ ਲੱਖ ਮੁਬਾਰਕਾਂ। ਚਮਕੌਰ ਦੀ ਗੜੀ ਵਿੱਚ ਜੂਝਣਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੇ। ਜਾਨਾਂ ਤੋਂ ਪਿਆਰੇ ਗੁਰੂ ਕੇ ਸਿੰਘਾਂ ਨੇ, 5 ਪਿਆਰਿਆਂ ਚੋਂ 3 ਪਿਆਰਿਆਂ ਨੇ ਤਿਆਜੋ ਚਮਕੌਰ ਦੀ ਗੜੀ, ਜਿਸ ਬਾਬਤ ਗੈਰ ਸਿੱਖ ਵਿਦਵਾਨਾਂ ਵੀ ਕਹਿ ਦਿੱਤਾ कि बस एक ही तीर्थ है हिंद में यात्रा के लिए, कटाए बाप ने बेटे जहाँ खुदा के लिए। बड़े तीर्थ स्थान ने, दुनिया तीर्थ स्थानां ते दर्शन करदी है, पर हिंदुस्तान की धरती ते, भारत की धरती ते इक्को एक ऐसा तीर्थ है जिथे खुदा दे नाम ते बाप ने बेटे कुर्बान कर दिते। अपने लखते जिगर दे टोटे अपनी गोद विचों कढ़ के साडे तो कुर्बान कर, पंथ वसे मैं उजड़ा मन चाओ कनेरा। मैं ही बेनती करनी चाहुंदा कि अज सानू उस गुरु दे पुत्र पुत्रियां बनना चाहिए। कलगीधर दे पुत्रो धीओ, साबत सूरत हो के जियो। कलगीधर दे पुत्रो धीओ, अमृतधारी बन के जियो। उस गुरु गोबिंद सिंह सच्चे पातशाह दे पुत्र पुत्रियां बणीए, जिस गुरु ने साडी खातर अपने पुत्रां नूं कुर्बान करके अपनी झोली चों उन्हां पुत्रां नूं कढ के कुर्बान कर दिता ते सानू अपनी गोद विच अपनी झोली विच बिठाया ते आखिया, इन पुत्रन के शीस पै वार दिए सुत चार। चार मुए तो क्या हुआ, जीवत कई हजार। साहिबजादा बाबा अजीत सिंह दा अज जन्म दिहाड़ा है। चमकौर की गढ़ी के अंदर अज गुरुद्वारा कतलगढ़ साहब, जिथे नतमस्तक होंदियां ने लखां संगतां, और उस वर्गा तीर्थ भारत की धरती, हिंदुस्तान की धरती ते कोई दूजा नहीं है। कटाए बाप ने बेटे जहाँ खुदा के लिए, खुदा दे नाम दे उतों कुर्बान कर दिते अपने लखते जिगर दे टोटे। ते जदों अखां दे सामने शहादत होई ते उस वेले वाहिगुरु दे शुकराने वजों सत श्री अकाल दे जयकारे गजाउणा कीते कि परमात्मा तेरी अमानत तैनूं अदा होई। आओ गुरमुख प्यारिओ, सतगुरु गुरु गोबिंद सिंह सच्चे पातशाह महाराज दा पावन इतिहास, उन्हां दीआं कुर्बानियां, ये देश देश ना हुंदा जे पिता दशमेश ना हुंदा। गुरु गोबिंद सिंह सच्चे पातशाह दी कुर्बानी, उन्हां दे साहबजादियां दी सपुत्रां दी कुर्बानी अज उन्होंने याद करते हैं। चाहे साहिबजादा बाबा अजीत सिंह, साहिबजादा बाबा जुझार सिंह, साहिबजादा बाबा जोरावर सिंह, साहिबजादा बाबा फतेह सिंह, सतगुर दे चारे साहिबजादे जिन्हां शहादतां दा जाम, 2 चमकौर दी गढ़ी, 2 सरहंद दीआं नीहां, जिन्हां ने शहादतां दा जाम पीता ते एक नवेकला इतिहास सिरजिया जिस दा करजा कदे नहीं उतारिया जा सकदा। अज हौली हौली करके गुरमुख प्यारिओ इस पासे ध्यान जा रहा है। अज हौली हौली करके कदे गुरु तेग बहादुर साहब सच्चे पातशाह दा 500 साला सरकारां दे वल्लों मनाउण दा जतन संगतां ते मनाउंदियां ने,
ਪਰ ਦੇਸ਼ ਦੀਆਂ ਸਰਕਾਰਾਂ ਦੇ ਵੱਲੋਂ ਸਾਹਿਬਜ਼ਾਦਿਆਂ ਦਾ ਸ਼ਹਾਦਤ ਦਾ ਦਿਨ ਦੇਸ਼ ਦੀਆਂ ਸਰਕਾਰਾਂ ਵੱਲੋਂ ਨੈਸ਼ਨਲ ਡੇ ਦੇ ਤੌਰ ਤੇ ਸਰਕਾਰੀ ਤੌਰ ਤੇ ਮਨਾਉਣ ਦੀਆਂ ਗੱਲਾਂ ਗੁਰਮੁਖ ਪਿਆਰਿਆ ਜੋ ਉਹਨਾਂ ਨੂੰ ਸਿਜਦਾ ਕਰਨ ਦੀ ਗੱਲ, ਮੈਂ ਵੀ ਬੇਨਤੀ ਕਰਦੇ ਹਾਂ, ਇਹ ਕੋਈ ਅਹਿਸਾਨ ਨਹੀਂ, ਇਹ ਉਹਨਾਂ ਨੂੰ ਸਿਜਦਾ, ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੀ ਕੁਰਬਾਨੀ ਨੂੰ, ਤੇ ਮੁਬਾਰਕ ਹੈ, ਵਧਾਈ ਹੈ ਕਿ ਕਿਸੇ ਨੂੰ ਯਾਦ ਹੈ ਇਸ ਗੱਲ ਦੀ, ਕਿਸੇ ਨੂੰ ਯਾਦ ਆਈ ਇਸ ਗੱਲ ਦੀ ਕਿ ਉਹਨਾਂ ਦੀਆਂ ਸ਼ਹਾਦਤਾਂ ਦਿੱਲੀ ਦੇ ਚਾਂਦਨੀ ਚੌਂਕ 'ਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸੀਸ ਦਾ ਬਲੀਦਾਨ ਨਾ ਦਿੰਦੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਨਾ ਹੁੰਦੀ, ਅੱਜ ਇੱਥੇ ਦਾ ਗੁਰਮੁਖ ਪਿਆਰਿਓ ਨਜ਼ਾਰਾ ਕੁਛ ਹੋਰ ਹੋਣਾ ਸੀ, ਅੱਜ ਇੱਥੇ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਦਸਮੇਸ਼ ਪਾਤਸ਼ਾਹ ਜ਼ੁਲਮ ਦੇ ਖਿਲਾਫ ਤਲਵਾਰ ਨਾ ਉਠਾਉਂਦੇ, ਨਾ ਜ਼ੁਲਮ ਦੇ ਖਿਲਾਫ ਜੰਗਾਂ ਲੜਦੇ ਤੇ ਨਕਸ਼ਾ ਕੁਝ ਹੋਰ ਹੋਣਾ ਸੀ। ਸਾਹਿਬਜ਼ਾਦਿਆਂ ਸਿੰਘਾਂ ਦੀਆਂ ਸ਼ਹਾਦਤਾਂ ਨਾ ਹੁੰਦੀਆਂ ਤੇ ਨਕਸ਼ਾ ਕੁਛ ਹੋਰ ਹੋਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਹੋਵਤੀ ਕਚੀਲਤਾ ਕਤੇਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇवी देव देहुरे संतोख सिंगा दूर होते रीत मिट जाती कथा बेदन पुराण की श्री गुरु गोबिंद सिंह पावन परम सूर मूर्त न होती जो पे करुणा निधान की गज के आखो सतनाम। ਇਹ ਸਤਿਗੁਰਾਂ ਦੀਆਂ ਕੁਰਬਾਨੀਆਂ, ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ, ਸਿੰਘਾਂ ਦੀਆਂ ਕੁਰਬਾਨੀਆਂ, ਇਹ ਖਾਲਸੇ ਦੀਆਂ ਕੁਰਬਾਨੀਆਂ ਦੇ ਸਦਕਾ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਪੱਟੀਆਂ ਗਈਆਂ ਤੇ ਅੱਜ ਗੁਰਮੁਖ ਪਿਆਰਿਓ ਇੱਥੇ ਗੁਰਦੁਆਰੇ ਸਥਾਪਿਤ ਹੈ, ਮੰਦਿਰ ਸਥਾਪਿਤ ਹੈ, ਤੇ ਨਹੀਂ ਤੇ ਹਾਲਾਤ ਕੀ ਸਨ ਤੁਹਾਡੇ ਸਾਹਮਣੇ ਹੈ। ਜਿਹੜੇ ਹਿਸਟਰੀ ਦੇ ਸਟੂਡੈਂਟ, ਇਤਿਹਾਸ ਦੇ ਵਿਦਿਆਰਥੀ ਸਭ ਜਾਣਦੇ, ਤੁਸੀਂ ਪੜ੍ਹਦੇ ਤੇ ਸੁਣਦੇ ਹੋ। ਅੱਜ ਗੁਰਮੁਖ ਪਿਆਰਿਓ ਕੀ ਹੋਣਾ ਸੀ ਵਰਤਾਰਾ ਵਿਦਵਾਨਾਂ ਤਾਂ ਹੀ ਆਖਿਆ ਦੇਵੀ ਦੇਵ ਦੇਵਨ ਕੇ ਨਾਮੋ ਨਾ ਨਿਸ਼ਾਨ ਰਹਤੇ ਧਰਮ ਮਿਟ ਜਾਤੇ ਸਭ ਬੇਦਨ ਪੁਰਾਣ ਕੇ। ਹਿੰਦੂਆਂ ਦੇ ਬੱਚਿਆਂ ਨੂੰ ਕੋ ਕੇ ਮਾਰਦੇ ਸੀ, ਔਰਤਾਂ ਲੈ ਜਾਂਦੇ ਸਭ ਸੁੰਦਰ ਪਛਾਣ ਕੇ। ਗਜ਼ਨੀ ਦੀ ਮੰਡੀ ਦੇ ਅੰਦਰ ਟਕਾ ਟਕਾ ਮੁੱਲ ਪੈਂਦਾ ਸੀ, ਬੰਨ ਕੇ ਲੈ ਜਾਂਦੇ ਸਨ ਜਵਾਨੀਆਂ ਨੂੰ, ਇੱਥੋਂ ਲੁੱਟ ਕੇ ਲੈ ਜਾਂਦੇ ਸਨ ਖੂਨ ਪਸੀਨੇ ਦੀ ਕਮਾਈ। ਕੋਈ ਰਾਹ ਰੋਕਣ ਵਾਲਾ ਨਹੀਂ, ਕਦੇ ਅਬਦਾਲੀ ਆਇਆ, ਕਦੇ ਨਾਦਰ ਆਇਆ। ਤੇ ਸਾਡੇ ਦੇਸ਼ ਦੇ ਅੰਦਰ ਇੱਕ ਕਹਾਵਤ ਮਸ਼ਹੂਰ ਹੋਈ ਸੀ ਕਿ ਖਾਧਾ ਪੀਤਾ ਲਾਹੇ ਦਾ ਤੇ ਰਹਿੰਦਾ ਅਹਿਮਦ ਸਾਹੇ ਦਾ, ਵੀ ਜੋ ਖਾ ਪੀ ਲਿਆ ਉਹ ਤੁਹਾਡਾ, ਜਿਹੜਾ ਬਚ ਗਿਆ ਉਹ ਤੇ ਅਬਦਾਲੀ ਨੇ ਲੁੱਟ ਕੇ ਲੈ ਜਾਣਾ। ਕਿਹਨੇ ਰਾਹ ਰੋਕਿਆ? 1699 ਦੀ ਵਿਸਾਖੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਖੰਡੇ ਦੀ ਧਾਰ 'ਚੋਂ 5 ਸਿਰਾਂ ਦੀ ਭੇਟਾ ਲੈ ਖਾਲਸਾ ਪੰਥ ਸਾਜਿਆ ਤੇ ਫਿਰ ਉਸ ਖਾਲਸੇ ਨੇ ਉਹਨਾਂ ਮੁਗਲਾਂ ਦਾ, ਜ਼ਾਲਮਾਂ ਦਾ ਰਾਹ ਰੋਕਿਆ। ਸ਼ਹਾਦਤਾਂ ਹੋਈਆਂ, ਕੁਰਬਾਨੀਆਂ ਹੋਈਆਂ, ਜੰਗਾਂ ਲੜੀਆਂ, ਗੁਰੀਲਾ ਯੁੱਧ ਲੜੇ। ਤੇ ਇਤਿਹਾਸ ਪੜ੍ਹ ਲਓ। ਪਹਿਲੀ ਗੱਲ, ਮੁੜ ਕੇ ਕੋਈ ਜ਼ਾਲਮ ਜਰਵਾਣਾ ਚੜ੍ਹ ਕੇ ਨਹੀਂ ਆਇਆ, ਤੇ ਜੇ ਕੋਈ ਚੜ੍ਹ ਕੇ ਆਇਆ ਉਹ ਗੁਰੂ ਕੇ ਖਾਲਸੇ ਨੇ ਸੁੱਕਾ ਨਹੀਂ ਜਾਣ ਦਿੱਤਾ, ਲੋਹੇ ਦੇ ਚਣੇ ਚਬਾ ਕੇ ਤੋਰਿਆ। ਗੱਜ ਕੇ ਆਖੋ ਸਤਨਾਮ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਪਰਉਪਕਾਰ, ਸਤਿਗੁਰ ਸੱਚੇ ਪਾਤਸ਼ਾਹ ਦੀਆਂ ਕੁਰਬਾਨੀਆਂ, ਸਤਿਗੁਰ ਦੇ ਸਾਹਿਬਜ਼ਾਦਿਆਂ ਸਿੰਘਾਂ ਦੀਆਂ, ਖਾਲਸੇ ਦੀਆਂ ਕੁਰਬਾਨੀਆਂ। ਜਿਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਤਿਨ ਹੀ ਕੋ ਸਰਦਾਰ ਬਣਾऊं चिड़ियों से मैं बाज तड़ाऊं गिदड़ा तो मैं शेर बनाऊं 1.25 लाख से एक लड़ाऊं तबै गोबिंद सिंह नाम कहाऊं। गुरु गोबिंद सिंह सच्चे पातशाह महाराज एडे वड्डे परोपकार कुर्बानियां मैं नहीं होर बहारां नूं सड़न दिता, भावें अपने बाग वीरान हो गए, हथीं छां कीती लखां बच्चियां नूं, भावें अपने चारे कुर्बान हो गए। गज के आखो सतनाम। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ, ਜਿਨ੍ਹਾਂ ਦਾ ਮਹਾਨ ਵੱਡਾ ਇਤਿਹਾਸ, ਵੱਡੀ ਕੁਰਬਾਨੀ, ਜਿੰਨੇ ਹਥਿਆਰ ਲੈ ਕੇ ਗੁਰੂ ਸੱਚੇ ਪਾਤਸ਼ਾਹ ਤੋਂ ਸ਼ਸਤਰ ਸਰੀਰ ਤੇ ਸਜਾ ਕੇ ਜੰਗ ਦੇ ਮੈਦਾਨ 'ਚ ਨਿਕਲੇ ਸਨ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਥਾਪੜਾ ਲੈ ਕੇ ਉਹ ਸਾਰੇ ਸ਼ਸਤਰ ਜੰਗ ਦੇ ਮੈਦਾਨ ਵਿੱਚ ਵਰਤੇ। ਜਦੋਂ ਇੱਕ ਇੱਕ ਕਰਕੇ ਨਕਾਰਾ ਹੁੰਦਾ ਗਿਆ, ਸਾਰੇ ਹਥਿਆਰ ਜਦੋਂ ਸ਼ਸਤਰ ਨਕਾਰੇ ਹੋ ਗਏ,
ਫਿਰ ਜਾ ਕੇ ਸ਼ਹਾਦਤ ਦਾ ਜਾਮ ਪੀਤਾ। ਇਹ ਨਹੀਂ ਸੀ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਕੋਲ ਸ਼ਸਤਰ ਅਜੇ ਬਾਕੀ ਸਨ ਤੇ ਪਹਿਲਾਂ ਸ਼ਹਾਦਤ ਹੋ ਗਈ। ਜੇ ਉਹ ਤੀਰ ਕਮਾਨ ਲੈ ਕੇ ਨਿਕਲੇ ਤੇ ਜਦੋਂ ਉਹ ਨਕਾਰਾ ਹੋਇਆ ਫਿਰ ਨੇਜਾ ਨਕਾਰਾ ਹੋਇਆ ਤਲਵਾਰ ਨਕਾਰਾ ਹੋਈ ਖੰਜਰ। ਜਿੰਨੇ ਕੋਲ ਸ਼ਸਤਰ ਸਰੀਰ ਤੇ ਸਜਾ ਕੇ ਨਿਕਲੇ ਸਨ ਉਹਨਾਂ ਸ਼ਸਤਰਾਂ ਦੀ ਵਰਤੋਂ ਜੰਗ ਦੇ ਮੈਦਾਨ ਵਿੱਚ ਧਰਮ ਦੀ ਲੜਾਈ, ਧਰਮ ਲਈ ਜੂਝਦਿਆਂ, ਕਿਸੇ ਨਾਲ ਵੈਰ ਨਹੀਂ, ਦੁਸ਼ਮਣੀ ਨਹੀਂ, ਕੋਈ ਨਿੱਜੀ ਗਿਲਾ ਸ਼ਿਕਵਾ ਨਹੀਂ, ਕਿਸੇ ਨਾਲ ਨਿੱਜੀ ਲਾਗ ਡਾਟ ਨਹੀਂ, ਧਰਮ ਦੀ ਲੜਾਈ। ਇੱਕ ਪਾਸੇ ਧਰਮ, ਇੱਕ ਪਾਸੇ ਅਧਰਮ। ਧਰਮ ਦੀ ਲੜਾਈ ਗੁਰਮੁਖ ਪਿਆਰਿਓ, ਦੱਬੇ ਕੁਚਲੇ ਲਤਾੜੇ ਲੋਕਾਂ ਨੂੰ ਉਭਾਰਨ ਦੀ ਲੜਾਈ, ਜ਼ਾਲਮਾਂ ਦੇ ਜ਼ੁਲਮ ਦੇ ਖਿਲਾਫ, ਜ਼ਾਲਮ ਰਾਜ ਜ਼ੁਲਮ ਰਾਜ ਦੇ ਖਿਲਾਫ ਉਹ ਜੰਗ ਸੀ ਗੁਰਮੁਖ ਪਿਆਰਿਓ। ਕੋਈ ਜ਼ਰ ਜ਼ੋਰੂ ਜ਼ਮੀਨ ਦੀ ਜੰਗ ਨਹੀਂ, ਜ਼ਰ ਜ਼ੋਰੂ ਜ਼ਮੀਨ ਦੀ ਲੜਾਈ ਨਹੀਂ, ਉਹ ਲੜਾਈ ਸੀ ਅਣਖ ਤੇ ਗੈਰਤ ਦੀ, ਦੱਬੇ ਕੁਚਲੇ ਲਤਾੜੇ ਲੋਕਾਂ ਨੂੰ ਸਨਮਾਨ ਦੇਣ ਦੀ ਕਿ ਜਿਨ ਕੀ ਜਾਤ ਗੋਦ ਕੁਲ ਮਾਹੀ ਸਰਦਾਰੀ ਨਾ ਭਈ। इन गरीब सिखण को द्यों पातशाही, ये याद करें हमारी गुरियाई। ਜ਼ਬਰ ਜ਼ੁਲਮ ਦੇ ਖਿਲਾਫ ਜਦੋਂ ਜ਼ਬਰਦਸਤੀ ਜਨੇਊ ਲਾ ਕੇ ਤੇ ਇਸਲਾਮ 'ਚ ਕਨਵਰਟ ਕਰਵਾਇਆ ਜਾ ਰਿਹਾ ਸੀ, ਉਸ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਜੰਗ ਲੜੀ। ਇਤਿਹਾਸ ਬੜਾ ਲੰਬੇਰਾ ਗੁਰਮੁਖ ਪਿਆਰਿਓ, ਗੁਰੂ ਦਾ, ਗੁਰੂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ। ਬਸ ਉਹਨਾਂ ਦਾ ਜਨਮ ਦਿਹਾੜਾ ਤੇ ਉਹਨੂੰ ਸਜਦਾ ਨਮਸਕਾਰ, ਤੇ ਸਜਦਾ ਨਮਸਕਾਰ ਦਾ ਮਤਲਬ ਕਿ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ, ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਗੁਰਮੁਖ ਪਿਆਰਿਓ ਪੂਰੇ ਸੰਸਾਰ ਵਿੱਚ ਸੁਣਿਆ ਜਾਂਦਾ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਇਸ ਵਿਚਾਰ ਨੂੰ ਸਾਰੇ ਸੰਸਾਰ ਵਿੱਚ, ਇਹ ਨਹੀਂ ਕਿ ਕੁਝ ਸੈਂਕੜੇ ਜਾਂ ਹਜ਼ਾਰ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਬਾਰ 'ਚ ਹਾਜ਼ਰ ਹੈ ਤੇ ਉਹੀ ਸੁਣਦੇ ਹੈ, ਨਹੀਂ ਗੁਰਮੁਖ ਪਿਆਰਿਓ ਨੈਟ ਤੇ ਪਿਆ ਬਾਅਦ ਵਿੱਚ ਵੀ ਸੰਸਾਰ ਵਿੱਚ ਸੁਣਿਆ ਜਾਂਦਾ, ਦੁਨੀਆ ਵਿੱਚ ਸੁਣਿਆ ਜਾਂਦਾ, ਜਿੱਥੋਂ ਤੱਕ ਦੁਨੀਆ ਵਸਦੀ ਹੈ। ਬਸ ਇਹੀ ਬੇਨਤੀ ਹੈ ਗੁਰਮੁਖ ਪਿਆਰਿਓ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸਾਏ ਮਾਰਗ ਤੇ, ਸ਼ਹੀਦਾਂ ਦੇ ਪਾਏ ਪੂਰਨਿਆਂ ਤੇ, ਆਪਣੇ ਪੁਰਖਿਆਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਸਿਜਦਾ ਨਤਮਸਤਕ ਕਰਨ ਦਾ ਮਤਲਬ ਕਿ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੀਏ, ਉਹਨਾਂ ਦੇ ਦਰਸਾਏ ਮਾਰਗ ਤੇ ਚੱਲੀਏ। ਅੱਜ ਨਸ਼ਿਆਂ ਤੋਂ ਰਹਿਤ ਹੋ ਕੇ, ਪਤਤ ਪੁਣੇ ਤੋਂ ਰਹਿਤ ਹੋ ਕੇ, ਵਹਿਮਾਂ ਭਰਮਾਂ ਤੋਂ ਰਹਿਤ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗਦੇ ਹੋਏ ਦੇਸ਼ ਕੌਮ ਧਰਮ ਦੇ ਵਾਸਤੇ ਜ਼ਾਬਰ ਦੇ ਜ਼ੁਲਮ ਦੇ ਖਿਲਾਫ ਜੂਝਣਾ, ਆਵਾਜ਼ ਬੁਲੰਦ ਕਰਨੀ। ਕਿਤੇ ਵੀ ਕੋਈ ਅਧਰਮ ਹੋ ਰਿਹਾ, ਪਾਪ ਹੋ ਰਿਹਾ, ਜ਼ਬਰ ਜ਼ੁਲਮ ਹੋ ਰਿਹਾ, ਕਰਨ ਵਾਲਾ ਕੋਈ ਹੋਵੇ, ਚਾਹੇ ਆਪਣਾ ਬੇਗਾਨਾ ਹੋਵੇ, ਉੱਥੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਜ਼ਬਰ ਜ਼ੁਲਮ ਦੇ ਖਿਲਾਫ। ਇਹੀ ਉਹਨਾਂ ਦਾ ਜੀਵਨ ਸਾਨੂੰ ਸਿੱਖਿਆ ਦਿੰਦਾ, ਇਹੀ ਉਹਨਾਂ ਦੇ ਜਨਮ ਤੇ ਉਹਨਾਂ ਨੂੰ ਸਿਜਦਾ, ਉਹਨਾਂ ਦੀ ਕੁਰਬਾਨੀ ਚਾਹੇ ਸ਼ਹਾਦਤ ਦਾ ਦਿਨ ਹੋਵੇ, ਉਹਨਾਂ ਨੂੰ ਸਿਜਦਾ ਕਰਦਿਆਂ ਨਤਮਸਤਕ ਹੁੰਦਿਆਂ ਉਹਨਾਂ ਦੇ ਜੀਵਨ ਤੋਂ ਇਹ ਸਿੱਖਿਆਵਾਂ ਲੈਣੀਆਂ ਨੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਅੱਜ ਗੁਰਮੁਖ ਪਿਆਰਿਓ 12 ਫਰਵਰੀ ਦਾ ਦਿਨ ਆ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ। ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਸਿੱਖ ਦਾ, ਜਿਨ੍ਹਾਂ ਨੂੰ ਖਿਤਾਬ ਦਿੱਤਾ ਗਿਆ, ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਦਾ ਵੀ ਜਨਮ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ 12 ਫਰਵਰੀ ਨੂੰ ਪੰਥ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ ਮਨਾਇਆ ਜਾਂਦਾ। ਭਾਵੇਂ ਕਿ ਉਹਨਾਂ ਦਾ ਜਨਮ 2 ਜੂਨ ਦਾ, ਜੋ ਉਹਨਾਂ ਦੇ ਸਕੂਲੀ ਸਰਟੀਫਿਕੇਟ ਦੇ ਉੱਪਰ ਦਰਜ ਹੈ, ਪਰ ਪੰਥ ਦੇ ਵੱਲੋਂ 1984 ਤੋਂ ਬਾਅਦ ਜਦੋਂ ਉਹਨਾਂ ਦਾ ਜਨਮ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਤਾਂ ਉਹ 12 ਫਰਵਰੀ ਦਾ ਦਿਨ ਮਿੱਥ ਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ, ਸ਼ਹੀਦਾਂ ਦੇ ਸ਼ਹਾਦਤ ਦਾ ਸਥਾਨ, ਸਾਹਿਬਜ਼ਾਦਿਆਂ ਦਾ ਸ਼ਹੀਦੀ ਅਸਥਾਨ, ਮਾਤਾ ਗੁਜਰ ਕੌਰ ਜੀ ਦਾ ਸਿੰਘਾਂ ਸ਼ਹੀਦਾਂ ਦਾ ਸ਼ਹੀਦੀ ਅਸਥਾਨ, ਬਾਬਾ ਮੋਤੀ ਰਾਮ ਮਹਿਰੇ ਵਰਗਿਆਂ ਦਾ ਸ਼ਹੀਦੀ ਅਸਥਾਨ, ਦੀਵਾਨ ਟੋਡਰਮਲ ਵਰਗਿਆਂ ਦਾ ਉਹ ਅਸਥਾਨ, ਔਰ ਉਸ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ 20ਵੀਂ ਸਦੀ ਦੇ ਮਹਾਨ ਸਿੱਖ
ਉਹਨਾਂ ਸੰਤ ਸਿਪਾਹੀਆਂ ਦਾ ਗੁਰਮੁਖ ਪਿਆਰਿਓ ਜਿਨ੍ਹਾਂ ਕੌਮ ਵਾਸਤੇ ਕੁਰਬਾਨੀ ਕੀਤੀ, ਉਹਨਾਂ ਦਾ ਜਨਮ ਦਿਹਾੜਾ ਵੀ ਪੰਥ ਵੱਲੋਂ ਕੌਮ ਵੱਲੋਂ ਮਨਾਇਆ ਜਾਂਦਾ। ਸੋ ਆਓ ਗੁਰਮੁਖ ਪਿਆਰਿਓ, ਦਾਸ ਇਹ ਅੱਜ ਦੇ ਇਤਿਹਾਸਕ ਦਿਨ ਬਾਬਤ ਬੇਨਤੀ ਕਰਦਾ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਵੱਲ ਵਧੇ। ਜੋ ਲੜੀਵਾਰ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ ਤੇ ਚੱਲ ਰਹੀ ਹੈ, ਜਿਸ ਸ਼ਬਦ ਦਾ ਜਾਪ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ, ਆਓ ਮਨੋਬਿਰਤੀਆਂ ਇਕਾਗਰਚਿਤ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਨਾਲ ਜੁੜਨਾ ਕਰੀਏ। ਮਨੋਬਿਰਤੀਆਂ ਦੀ ਇਕਾਗਰਤਾ ਲਈ ਸਾਰੀਆਂ ਸੰਗਤਾਂ ਮਿਲ ਕੇ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਗੌੜੀ ਗੁਵਾਰੇ ਜੀ ਦੇ ਅੰਦਰ, ਇਸ ਪਾਵਨ ਸ਼ਬਦ ਜਾਪ ਦੇ ਅੰਦਰ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਸਤਿਗੁਰ ਸੱਚੇ ਪਾਤਸ਼ਾਹ ਉਚਾਰਨ ਕਰਦੇ, ਚਤਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ ਰਹਾਉ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ, ਆਦ ਨਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿੱਖ ਧਰਮ ਦੇ ਮੋਢੀ, ਸਿੱਖ ਇੱਕ ਵੱਖਰਾ ਧਰਮ ਹੈ, ਵੱਖਰੀ ਕੌਮ, ਵੱਖਰੇ ਅਸੂਲ ਤੇ ਸਿਧਾਂਤ ਸਤਿਗੁਰਾਂ ਨੇ ਬਖਸ਼ੇ ਆ। ਤੇ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਪਦੇਸ਼ ਬਖਸ਼ਿਆ, ਥਾਂ ਥਾਂ ਤੇ ਜਾ ਕੇ ਹਰ ਕੀ ਪੌੜੀ, ਹਰਿਦੁਆਰ, ਗੰਗਾ, ਬਨਾਰਸ ਦੀ ਧਰਤੀ, ਗੜ੍ਹ ਬਗਦਾਦ, ਮੁਲਤਾਨ ਦੀ ਧਰਤੀ, ਮੱਕਾ ਮਦੀਨਾ ਦੀ ਧਰਤੀ ਤੇ ਜਾ ਕੇ ਜੋ ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਸੱਚੇ ਨਾਮ ਦਾ ਹੋਕਾ ਦਿੱਤਾ, ਜਾ ਜਾ ਕੇ ਥਾਂ ਥਾਂ ਤੇ ਫਿਰ ਹੱਥੀਂ ਕਿਰਤ ਕਰਕੇ, ਚਾਹੇ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਹੋਵੇ ਤੇ ਚਾਹੇ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ, ਜਿਸ ਦਾ ਕੋਰੀਡੋਰ ਪਿਛਲੇ ਸਮੇਂ ਖੁੱਲਿਆ, ਕਰਤਾਰਪੁਰ ਕੋਰੀਡੋਰ, ਕਰਤਾਰਪੁਰ ਲਾਂਘਾ ਸੰਗਤਾਂ ਦੇ ਦਰਸ਼ਨ ਦਿਦਾਰਿਆਂ ਲਈ। ਪਰ ਸ਼ਰਤਾਂ ਅਜੇ ਵੀ ਬੜੀਆਂ ਸਖਤ ਨੇ ਸਰਕਾਰਾਂ ਦੀਆਂ, ਸਭ ਸੰਗਤਾਂ ਦਰਸ਼ਨ ਨਹੀਂ ਕਰ ਪਾ ਰਹੀਆਂ। ਸਰਕਾਰਾਂ ਨੂੰ ਚਾਹੀਦਾ ਕਿ ਸ਼ਰਤਾਂ ਨੂੰ ਨਰਮ ਕੀਤਾ ਜਾਵੇ ਤੇ ਇਹ ਜਿਹੜੇ ਦਰਸ਼ਨ ਦਿਦਾਰੇ ਸੰਗਤਾਂ ਨਿਤ ਮੰਗਦੀਆਂ, ਵਿਛੜੇ ਗੁਰ ਧਾਮਾਂ ਦੇ, ਗੁਰੂ ਕਿਰਪਾ ਕਰੇ ਖੁੱਲੇ ਦਰਸ਼ਨ ਦਿਦਾਰੇ ਸੰਗਤਾਂ ਨੂੰ ਹੋਣ। ਨਨਕਾਣਾ ਸਾਹਿਬ ਦੀ ਧਰਤੀ ਤੇ, ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਗੁਰਦੁਆਰਾ ਸੱਚਾ ਸੌਦਾ ਸਾਹਿਬ, ਡੇਰਾ ਸਾਹਿਬ ਲਾਹੌਰ, ਰੋੜੀ ਸਾਹਿਬ, ਭਾਈ ਜੋਗਾ ਜੀ ਦਾ ਗੁਰਦੁਆਰਾ ਪਸ਼ਾਵਰ ਦੀ ਧਰਤੀ ਤੱਕ ਸਾਡੇ ਉਹ ਗੁਰਦੁਆਰੇ ਗੁਰਧਾਮ, ਕੁਝ ਗੁਰਦੁਆਰਿਆਂ ਦੀ ਸੇਵਾ ਸੰਭਾਲ ਪਿਛਲੇ ਸਮੇਂ ਤੋਂ ਹੋ ਰਹੀ ਹੈ। ਆਬਾਦੀ ਘੱਟ ਹੋਣ ਕਰਕੇ ਮੈਂ ਸਮਝਦਾ ਬਹੁਤ ਗੁਰਦੁਆਰਾ ਸਾਹਿਬ ਇਤਿਹਾਸਕ, ਜਿਨ੍ਹਾਂ ਦੀਆਂ ਇਮਾਰਤਾਂ ਵੀ ਖਸਤਾ ਹਾਲਤ 'ਚ ਨੇ ਤੇ ਸੇਵਾ ਸੰਭਾਲ ਵੀ ਨਹੀਂ ਹੋ ਰਹੀ। ਭਾਵੇਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ, ਪਰ ਕੁਝ ਕੁ ਗੁਰਦੁਆਰਿਆਂ ਦੀ ਸੇਵਾ ਸੰਭਾਲ, ਪਰ ਅਸੀਂ ਸਭ ਦੇ ਦਰਸ਼ਨ ਦਿਦਾਰੇ ਮੰਗਦੇ ਹਾਂ। ਨਿਤ ਅਰਦਾਸ ਕਰਦੇ ਹਾਂ ਦੁਨੀਆ ਦੇ ਕੋਨੇ-ਕੋਨੇ 'ਚ, ਅਮਰੀਕਾ ਤੋਂ ਲੈ ਕੇ ਨਿਊਜ਼ੀਲੈਂਡ ਦੀ ਧਰਤੀ ਤੱਕ, ਜਿੱਥੇ ਤੱਕ ਦੁਨੀਆ ਵਸਦੀ ਸਿੱਖ ਵਸਦਾ, ਨਿਤ ਅਰਦਾਸ ਹੁੰਦੀ ਹੈ ਕਿ ਹੇ ਵਾਹਿਗੁਰੂ ਕਿਰਪਾ ਕਰੋ ਸੱਚੇ ਪਾਤਸ਼ਾਹ, ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਤੇਰੇ ਪੰਥ ਨੂੰ ਵਿਛੋੜਿਆ ਗਿਆ, ਤਿਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਤ ਅਰਦਾਸ ਹੁੰਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉਹ ਪਾਵਨ ਅਸਥਾਨ, ਜਿੱਥੇ ਜਾ ਜਾ ਸਤਿਗੁਰ ਸੱਚੇ ਪਾਤਸ਼ਾਹ ਨੇ ਸੱਚ ਦਾ ਹੋਕਾ ਦਿੱਤਾ, ਸਤਨਾਮ ਪੜ੍ਹ ਮੰਤਰ ਸੁਣਾਇਆ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਆ। ਭਲਿਓ ਚਤਰਾਈ ਨਹਿ ਚੀਨਿਆ ਜਾਏ, ਉਹ ਪਰਮਾਤਮਾ ਵਾਹਿਗੁਰੂ ਅੱਲਾ ਅਕਾਲ ਪੁਰਖ ਰਾਮ ਆਪਣੇ ਧਰਮ ਅਨੁਸਾਰ ਕੁਝ ਕਹਿ ਲਓ, ਸਾਰੇ ਪਰਮਾਤਮਾ ਦੇ ਨਾਮ ਹੈ, ਉਹਨੂੰ ਚਤਰਾਈਆਂ ਨਾਲ ਨਹੀਂ ਪਾਇਆ ਜਾ ਸਕਦਾ। ਜੇ ਸਮਝੋ ਵੀ ਚਲਾਕੀਆਂ ਨਾਲ, ਚਤਰਾਈਆਂ ਨਾਲ ਨਹੀਂ, ਉਹ ਤਾਂ ਆਪ ਗਵਾਈਆ ਤਾਂ ਸਹੁ ਪਾਈਆ, ਔਰ ਕੈਸੀ ਚਤਰਾਈ। ਉੱਥੇ ਤੇ ਆਪਾਂ ਗਵਾਉਣਾ ਪੈਂਦਾ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਅਫਲਾਤੂ ਨੇ ਕਿੰਨੀ ਸਿਆਣਪ ਵਰਤੀ, ਚਤਰਾਈ ਵਰਤੀ, ਪਰ ਚੱਲ ਗਈ ਪਰਮਾਤਮਾ ਨਾਲ।
ਨਹੀਂ ਚੱਲੀ। ਚਤਰਾਈਆਂ ਨਾਲ ਉਹ ਜਾਣਿਆ ਨਹੀਂ ਜਾਂਦਾ, ਉਹਨੂੰ ਤਾਂ ਆਪ ਗਵਾਈਏ ਤਾਂ ਸਹੁ ਪਾਈਐ। ਆਪਾ ਭਾਵ ਗਵਾਉਣਾ ਪੈਂਦਾ, ਮਨ ਮਾਰਨਾ ਪੈਂਦਾ। ਸਤਿਗੁਰੂ ਕਹਿੰਦੇ ਚਤਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ। ਬਿਨਾ ਮਨ ਮਾਰੇ ਤੋਂ, ਮਨ ਮਾਰੇ ਬਿਨ ਭਗਤ ਨਾ ਹੋਈ। ਨਾ ਮਨ ਦਾ ਮੁੱਲ ਨਾ ਜੀਵ ਦਾ ਮੁੱਲ ਪੈਣਾ, ਤੇ ਨਾ ਉਸ ਵਾਹਿਗੁਰੂ ਦੀ ਕੀਮਤ ਸਮਝ ਆਉਣੀ ਹੈ, ਨਾ ਉਹਦੀ ਸੋਝੀ ਪ੍ਰਾਪਤ ਹੋਣੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਸ ਮਨ ਨੂੰ ਮਾਰ, ਮਨ ਨੂੰ ਸਮਝਾ, ਮਨ ਨੂੰ ਵਸ ਕਰ। ਇਹ ਕਿਵੇਂ ਹੋਊਗਾ? ਇਹ ਸਵਾਰਥਾਂ ਪਦਾਰਥਾਂ 'ਚ, ਲੋਭ ਲਾਲਚ ਮੋਹ ਮਾਇਆ 'ਚ ਨਹੀਂ ਹੋਣਾ। ਇਹਨੂੰ ਤੇ ਸਮਰਪਿਤ ਕਰਨਾ ਪੈਣਾ ਗੁਰੂ ਦੇ, ਗੁਰੂ ਦੀ ਬਾਣੀ ਦੇ। ਜਦੋਂ ਗੁਰੂ ਦੀ ਬਾਣੀ ਦੇ ਸਮਰਪਿਤ, ਗੁਰੂ ਨੂੰ ਸਮਰਪਿਤ ਕਿ ਗੁਰੂ ਦਾ ਹੁਕਮ ਮੰਨਿਆ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਜਦੋਂ ਗੁਰੂ ਨੂੰ ਸਮਰਪਿਤ ਹੋ ਗਿਆ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਪੂਰਨ ਕਿਰਪਾ ਨੂੰ ਪ੍ਰਾਪਤ ਹੋਇਆ ਤੇ ਮਨ ਵਾਸੇ ਆਉਣਾ, ਤੇ ਫਿਰ ਗੁਰਮੁਖ ਪਿਆਰਿਓ ਜੀਵ ਦੇ ਵੀ ਛੁਟਕਾਰਾ ਹੋਣਾ, ਪਰਮਾਤਮਾ ਦੀ ਵੀ ਸਮਝ ਆਉਣੀ। ਆਰੰਭਤਾ ਤੋਂ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਮਨ ਕੁੰਚਰ ਕਾਇਆ ਉਦਿਆਨੈ, ਗੁਰ ਅੰਕੁਸ਼ ਸੱਚ ਸ਼ਬਦ ਨਿਸ਼ਾਨੈ, ਰਾਜ ਦੁਆਰੈ ਸੋਭ ਸੋ ਮਾਨੈ। ਸਤਿਗੁਰ ਕਹਿੰਦੇ ਮਨ ਕੁੰਚਰ ਦੀ ਤਰ੍ਹਾਂ, ਜਿਵੇਂ ਜੰਗਲ 'ਚ ਹਾਥੀ ਫਿਰਦਾ ਨਾ, ਕੁਝ ਉਜਾੜਦਾ ਇੱਧਰ ਉੱਧਰ ਬੇਪਰਵਾਹ, ਮਨ ਇਸੇ ਤਰ੍ਹਾਂ ਇਹ ਜਿਹੜੀ ਕਾਇਆ ਸਰੀਰ ਹੈ ਇਹ ਉਦਿਆਨ ਜੰਗਲ ਹੈ। ਤੇ ਇਸ ਕਾਇਆ ਸਰੀਰ ਜੰਗਲ ਦੇ ਅੰਦਰ ਮਨ ਹਾਥੀ ਦੀ ਨਿਆਈ। ਜੇ ਮਨ ਵਸ ਨਹੀਂ ਕੀਤਾ, ਮਨ ਨੂੰ ਸੁਧਾਰਿਆ ਨਹੀਂ, ਮਨ ਨੂੰ ਗੁਰੂ ਨੂੰ ਸਮਰਪਿਤ ਕਰਕੇ ਗੁਰੂ ਦੇ ਕਹਿਣੇ 'ਚ ਨਹੀਂ ਕੀਤਾ, ਇਹ ਮਨ ਮੁਖ ਹੀ ਬਣਿਆ ਰਿਹਾ, ਗੁਰਮੁਖ ਨਹੀਂ ਬਣਾਇਆ, ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਫਿਰ ਪ੍ਰਾਪਤੀ ਨਹੀਂ ਹੋਣੀ, ਚਤਰਾਈ ਨਾ ਚੀਨਿਆ ਜਾਏ। ਤੇ ਜੇ ਮਨ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਨ ਕੁੰਚਰ ਕਾਇਆ ਉਦਿਆਨੈ, ਗੁਰ ਅੰਕੁਸ਼ ਸੱਚ ਸ਼ਬਦ ਨਿਸ਼ਾਨੈ। ਗੁਰੂ ਦਾ ਹੁਕਮ ਜਿਹੜਾ, ਜਿਵੇਂ ਹਾਥੀ ਨੂੰ ਮੁਹਾਵਤ ਕੁੰਡਾ ਲਾ ਕੇ ਗੁਰਮੁਖ ਪਿਆਰਿਓ ਤੇ ਲਈ ਫਿਰਦਾ, ਜਿੱਧਰ ਨੂੰ ਮਰਜੀ ਉਹਨੂੰ ਆਪਣੇ ਕਬਜ਼ੇ 'ਚ ਕਰ ਲੈਂਦਾ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦਾ ਕੁੰਡਾ, ਸੱਚ ਸ਼ਬਦ ਦਾ ਨਿਸ਼ਾਨ, ਸਤਨਾਮ ਸੱਚੇ ਪਰਮਾਤਮਾ ਦੇ ਨਾਮ ਦਾ। ਤੇ ਜਿਹਨੇ ਇਹਨੂੰ ਕਰ ਲਿਆ ਇਸ ਤਰੀਕੇ ਨਾਲ ਗੁਰੂ ਨੂੰ ਸਮਰਪਿਤ ਕਰਕੇ, ਬਸ ਫਿਰ ਰਾਜ ਦੁਆਰਾ ਸੋਭ ਸੁਮਾਨੈ। ਫਿਰ ਰਾਜ ਦੁਆਰਾ ਗੁਰੂ ਦੇ ਦਰਬਾਰ ਵਿੱਚ ਸੋਭਾ, ਫਿਰ ਸੋਭਾ ਸਫਲਤਾ, ਫਿਰ ਆਓ ਬੈਠ ਆਦਰ ਸੁਭ ਦੇਊ, ਰੇਰੇ ਦਰਗਹਿ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਊ। ਫਿਰ ਕਹਿੰਦੇ ਕੀਤੋ ਭਵਨ ਪੁਨੀਤ, ਫਿਰ ਉਹਦੀ ਸੋਭਾ ਤੇ ਸਤਿਕਾਰ ਬਣਦਾ। ਰਹਾਉ ਦੀਆਂ ਤੁਕਾਂ ਤੋਂ ਅੱਗੇ ਸਤਿਗੁਰ ਬਚਨ ਕਰ ਰਹੇ, ਘਰ ਮਹਿ ਅੰਮ੍ਰਿਤ ਤਸਕਰ ਲਈ, ਨੰਨਾ ਕਾਰ ਨਾ ਕੋਏ ਕਰੇਈ, ਰਾਖੈ ਆਪ ਵਡਿਆਈ ਦੇਈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਸ ਘਰ ਮੈਂ ਅੰਮ੍ਰਿਤ ਭਰਪੂਰ ਹੈ। ਘਰ ਵਿੱਚ ਅੰਮ੍ਰਿਤ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਪਰ ਇਸੇ ਅੰਮ੍ਰਿਤ ਨੂੰ ਤਸਕਰ ਲਈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰਸ ਰੂਪ ਗੰਧ, ਪੰਜ ਵਿਸ਼ੇ ਪੰਜ ਵਿਕਾਰ, ਕੋਈ ਨਹੀਂ ਰੋਕਦਾ ਇਹਨਾਂ ਨੂੰ। ਨੰਨਾ ਕਾਰ ਨਾ ਕੋਈ ਕਰੇ। ਜਿਹੜਾ ਮਨ ਇਸ ਪਾਸੇ ਲੱਗਿਆ ਹੋਇਆ ਗੁਰਮੁਖ ਪਿਆਰਿਓ ਨਹੀਂ ਸੰਭਲਦਾ, ਘਰ ਵਿੱਚ ਜਿਹੜਾ ਅੰਮ੍ਰਿਤ ਨਾਮ ਹੈ, ਅੰਮ੍ਰਿਤ ਉਹਨੂੰ ਲੁੱਟਿਆ ਜਾ ਰਿਹਾ, ਮਨਮੁਖ ਨਹੀਂ ਬੁੱਝੈ, ਮਨਮੁਖ ਜਾਣਦਾ ਨਹੀਂ, ਉਸ ਪਾਸੇ ਤੁਰਦਾ ਹੀ ਨਹੀਂ। ਏਡੀ ਅਮੋਲਕ ਵਸਤੂ, ਖਟ ਨੇਮ ਕਰ ਕੋਠੜੀ ਬਾਂਧੀ ਬਸਤ, ਅਨੂਪ ਬੀਜ ਪਾਈ। ਜਿਹੜੀ ਉਹ ਗੁਰਮੁਖ ਪਿਆਰਿਓ ਅਨੂਪਮ ਵਸਤੂ, ਨੌ ਦਰਵਾਜ ਨਵੇਂ ਦਰ, ਫੀਕੇ ਰਸ ਅੰਮ੍ਰਿਤ ਦਸਵੇਂ ਚੂਈਜੈ। ਤੇ ਪ੍ਰਾਪਤੀ ਕੌਣ ਕਰਦਾ? ਜਿਹਨੇ ਨੌਵਾਂ ਨੂੰ ਗੁਰਮੁਖ ਪਿਆਰਿਓ ਫਿੱਕੇ ਜਾਣ ਕੇ, ਵਿਕਾਰਾਂ ਤੋਂ ਉੱਪਰ ਉੱਠ ਕੇ, ਵਿਕਾਰਾਂ ਨੂੰ ਗੁਰਮੁਖ ਪਿਆਰਿਓ ਕਾਬੂ ਕਰਕੇ ਉਹ ਪਰਮਾਤਮਾ ਦੀ ਪ੍ਰਾਪਤੀ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਫਿਰ ਉਹਨਾਂ ਨੂੰ ਪਰਮਾਤਮਾ ਜਿਨ੍ਹਾਂ ਨੂੰ ਆਪ ਰੱਖ ਲੈਂਦਾ, ਉਹਨਾਂ ਨੂੰ ਹੀ ਵਡਿਆਈ ਪ੍ਰਾਪਤ ਹੁੰਦੀ, ਸੋਭਾ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਹੀ ਸਫਲਤਾ ਪ੍ਰਾਪਤ ਹੁੰਦੀ ਹੈ। ਨੀਲ ਅਨੀਲ ਅਗਨ ਇਕ ਠਾਈ, ਜਲ ਨਿਵਰੀ ਗੁਰ ਬੂਝ ਬੁਝਾਈ, ਮਨ ਦੇ ਲਿਆ ਰਹਿਸ ਗੁਣ ਗਾਈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗਿਣਤੀ ਕੋਈ ਨਹੀਂ। ਜਿਵੇਂ ਸੈਂਕੜਾ ਹਜ਼ਾਰ ਲੱਖ ਕਰੋੜ ਸੰਖ ਨੀਲ, ਨੀਲ ਅਨੀਲ ਅਗਣ ਇਕ ਠਾਈ,
ਆਸਾ ਵਾਸ਼ਨਾਵਾਂ ਦੀ ਅਗਨੀ ਸਰੀਰ ਦੇ ਅੰਦਰ ਬੁਝਦੀ ਹੈ ਕਿਤੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਚਾਹੇ ਪੁਰੀਆਂ ਦੇ ਭਾਰ ਬੰਨ ਲੈ, ਭੁੱਖੇ ਮਨ ਦੀ ਭੁੱਖ ਉਤਰਦੀ ਨਹੀਂ। ਸਹਿਸ ਖੱਟੇ ਲੱਖ ਕੋਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ। ਜੇਬ 'ਚ ਸੈਂਕੜਾ 100 ਹੈ ਕਹਿੰਦਾ 1000 ਹੋਵੇ ਗੱਲ ਬਣ ਜੇ, 1000 ਹੈ ਕਹਿੰਦਾ ਲੱਖ ਹੋਵੇ ਗੱਲ ਬਣ ਜੇ। ਲੱਖ ਵਾਲੇ ਨੂੰ ਪੁੱਛੋ ਤੈਨੂੰ ਸੰਤੁਸ਼ਟੀ ਹੈ ਕਹਿੰਦਾ ਨਹੀਂ ਕਰੋੜ ਹੋਵੇ ਗੱਲ ਬਣ ਜੇ। ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਹੀ ਹੋਵੇ। ਸਾਈਕਲ ਵਾਲੇ ਨੂੰ ਪੁੱਛੋ ਸੰਤੁਸ਼ਟੀ ਹੈ ਕਹਿੰਦਾ ਨਹੀਂ ਮੋਟਰਸਾਈਕਲ ਹੋ। ਮੋਟਰਸਾਈਕਲ ਵਾਲਾ ਸੰਤੁਸ਼ਟ ਹੈ ਨਹੀਂ ਕਾਰ ਹੋਵੇ। ਕਾਰ ਵਾਲੇ ਨੂੰ ਪੁੱਛੋ ਕਹਿੰਦਾ ਨਹੀਂ ਲਗਜ਼ਰੀ ਕਾਰ ਹੋਵੇ ਜਹਾਜ਼ ਹੋਵੇ। ਤ੍ਰਿਸ਼ਨਾ ਤੇ ਅੱਗੇ ਵੱਧਦੀ ਜਾਂਦੀ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲਾਖ ਕਰੋੜੇ ਮਨ ਨਹੀਂ ਹੋ ਰਿਹਾ ਪਰੇ ਪਰੇ ਹੀ ਕਿਉਂ ਲੁਝੀ ਹੈ। ਤ੍ਰਿਸ਼ਨਾ ਇੱਕ ਐਸੀ ਵਸਤੂ ਹੈ। ਮਹਾਂਪੁਰਖਾਂ ਜਦੋਂ ਵਿਦਾਂਤ ਦੇ ਗ੍ਰੰਥ ਪੜ੍ਹਾਏ ਕਥਾ ਪੜ੍ਹਾਉਂਦੇ ਆ ਗੁਰੂ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਵਰਸਾਈ ਦਮਦਮੀ ਟਕਸਾਲ ਵਿੱਚ ਵਿਦਵਾਨਾਂ ਮਹਾਂਪੁਰਖਾਂ ਕੋਲੇ ਕੁਝ ਸਮਾਂ ਸੰਥਿਆ ਦਾ ਪ੍ਰਾਪਤ ਹੋਇਆ। ਗੁਰੂ ਦੀ ਰਹਿਮਤ ਬਖਸ਼ਿਸ਼ ਸਦਕਾ ਤੇ ਜਦੋਂ ਮਹਾਂਪੁਰਖਾਂ ਇਹ ਕਥਾ ਦੇ ਛੋਟੇ ਗ੍ਰੰਥ ਜਿਵੇਂ ਗੁਰਮੁਖ ਪਿਆਰਿਓ ਸਾਰ ਕੁਤਾਵਲੀ ਚਾਣਕਿਆ ਰਾਜਨੀਤੀ ਭਾਵਰ ਸਾਮਰਤ ਵਿਚਾਰ ਮਾਲਾ ਪ੍ਰਬੋਧ ਚੰਦਰ ਨਾਟਕ ਔਰ ਵਿਰਾਗ ਸਤਕ ਬਿਰਤੀ ਪ੍ਰਭਾਕਰ ਮੋਕਸ਼ ਪੰਥ ਵਿਦਾਂਤ ਦੇ ਗ੍ਰੰਥ ਤੇ ਉਹਨਾਂ ਦੇ ਅੰਦਰ ਪ੍ਰਬੋਧ ਚੰਦਰ ਨਾਟਕ ਇੱਕ ਪਾਸੇ ਸ਼ੁਭ ਗੁਣ ਇੱਕ ਪਾਸੇ ਔਗਣ। ਗੁਣਾਂ ਤੇ ਔਗਣਾਂ ਦੀ ਜੰਗ ਅਖੀਰ ਨੂੰ ਔਗਣ ਹਾਰ ਦੇ ਗੁਣ ਜਿੱਤਦੇ ਆ। ਤੇ ਉਹਦੇ ਅੰਦਰ ਤ੍ਰਿਸ਼ਨਾ ਦਾ ਵਚਨ। ਤ੍ਰਿਸ਼ਨਾ ਕੀ ਕਹਿੰਦੀ ਹੈ? ਤ੍ਰਿਸ਼ਨਾ ਕਹਿੰਦੀ ਹੈ ਕੋਈ ਮਨੁੱਖ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਬਣ ਜੇ ਪਰ ਮੇਰਾ ਉਹਦੇ ਹਿਰਦੇ 'ਚ ਵਾਸਾ ਹੋ ਜੇ ਨਾ। ਤੇ ਕਹਿੰਦੀ ਭਾਵੇਂ ਕਰੋੜਾਂ ਬ੍ਰਹਮੰਡਾਂ ਦਾ ਇੱਕ ਰਾਜ ਇੱਕ ਸਟੇਟ ਇੱਕ ਦੇਸ਼ ਤਾਂ ਛੱਡੋ ਕਰੋੜਾਂ ਦੇਸ਼ਾਂ ਦਾ ਮਾਲਕ ਬਣ ਜੇ ਪਰ ਜੇ ਮੈਂ ਉਹਦੇ ਹਿਰਦੇ 'ਚ ਵਾਸ ਕਰ ਲਾਂ ਕਹਿੰਦੀ ਮੇਰਾ ਢਿੱਡ ਭਰਦਾ ਨਹੀਂ ਤੇ ਉਹਨੂੰ ਸ਼ਾਂਤੀ ਆਉਂਦੀ ਨਹੀਂ। ਵਚਨ ਕੀ ਲਿਖਿਆ ਕਿ ਕੋਟ ਬ੍ਰਹਮੰਡ ਕੋ ਪਾਏ ਨਰ ਮੈਂ ਉਰ ਸੰਗਤ ਹੋਏ ਮੇਰੋ ਉਦਰ ਨਾ ਪੂਰੇ ਤਾਂ ਮੈਂ ਸ਼ਾਂਤ ਨਾ ਹੋਏ। ਪ੍ਰਬੋਧ ਚੰਦਰ ਨਾਟ। ਗੁਰਮੁਖ ਪਿਆਰਿਓ ਪੰਡਿਤ ਗੁਲਾਬ ਸਿੰਘ ਮਹਾਨ ਵਿਦਵਾਨਾਂ ਦੇ ਲਿਖੇ ਹੋਏ ਗ੍ਰੰਥ ਗੁਰੂ ਦੇ ਆਸੇ ਅਨੁਸਾਰ ਜਿਹੜੇ ਬਚਨ ਹੈ ਧੁਰ ਕੀ ਬਾਣੀ ਦੇ ਗੁਰਬਾਣੀ ਦੇ ਆਸੇ ਅਨੁਸਾਰ ਤੇ ਆਪਣੇ ਗੁਰਮੁਖ ਪਿਆਰਿਓ ਗਿਆਨ ਵਾਸਤੇ ਕਿਸੇ ਧਰਮ ਦਾ ਗ੍ਰੰਥ ਪੜ੍ਹਨਾ ਕਿਸੇ ਵਿਦਵਾਨ ਦਾ ਗ੍ਰੰਥ ਪੜ੍ਹਨਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ। ਸਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਮਾਨਿਓ ਗ੍ਰੰਥ। ਪਰ ਗਿਆਨ ਦੇ ਵਾਸਤੇ ਦੁਨੀਆ ਦੇ ਕਿਸੇ ਵੀ ਗ੍ਰੰਥ ਨੂੰ ਪੜ੍ਹਨਾ ਸਾਰੇ ਸਤਿਕਾਰਯੋਗ ਜਿਨ੍ਹਾਂ 'ਚ ਗਿਆਨ ਦਾ ਬਚਨ ਦੱਸਿਆ ਦੁਨੀਆ ਨੂੰ ਧਰਮ ਦਾ ਰਾਹ ਦੱਸਿਆ ਸੱਤ ਦਾ ਮਾਰਗ ਦੱਸਿਆ ਉਹਨਾਂ ਨੂੰ ਤੇ ਸੁਣਨਾ। ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆਂ ਮਤ ਮਨ ਜਾਣੈ ਕੱਲ ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹਿ ਮਹਲ। ਤੇ ਤ੍ਰਿਸ਼ਨਾ ਗੁਰਮੁਖ ਪਿਆਰਿਓ ਕੈਸੀ ਹੈ ਜਿਹਦੇ ਹਿਰਦੇ 'ਚ ਵਾਸਾ ਫਿਰ ਗੁਰਮੁਖ ਪਿਆਰਿਓ ਇਹਦੀ ਗਿਣਤੀ ਕੋਈ ਤ੍ਰਿਸ਼ਨਾ ਦੀ ਅੱਗ ਇੱਕੋ ਜਗ੍ਹਾ ਤੇ ਪਰ ਇਹ ਦੂਰ ਕਾਹਦੇ ਨਾਲ ਹੁੰਦੀ ਹੈ? ਤ੍ਰਿਸ਼ਨਾ ਬੁਝੈ ਹਰ ਕੈ ਨਾਮ। ਸਤਿਗੁਰੂ ਕਹਿੰਦੇ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨਾਲ ਬੁਝਦੀ ਕਦੇ ਪਦਾਰਥਾਂ ਨਾਲ ਹੀ। ਹੁਣ ਤੁਸੀਂ ਥੋੜ੍ਹੀ ਜਿਹੀ ਅੱਗ ਹੋਵੇ ਉਹਦੇ ਤੇ ਲੱਕੜਾਂ ਪਾ ਕੇ ਅੱਗ ਨੂੰ ਬੁਝਾਉਣਾ ਚਾਹੋ ਲੱਕੜਾਂ ਪਾ ਕੇ ਅੱਗ ਨਹੀਂ ਬੁਝਦੀ। ਸਾਰੀ ਦੁਨੀਆ ਦੀਆਂ ਸੰਸਾਰ ਦੀਆਂ ਲੱਕੜਾਂ ਅੱਗ ਤੇ ਪਾ ਦਿਓ ਅੱਗ ਨਹੀਂ ਬੁਝਦੀ। ਜੇ ਲੱਕੜਾਂ ਪਾ ਕੇ ਅੱਗ ਨੂੰ ਬੁਝਾਉਣਾ ਚਾਹੀਏ ਲੱਖ ਮੜਿਆਂ ਕਰ ਇਕੱਠੇ ਇੱਕ ਰਤੀਲੇ ਭਾਏ ਲੱਖਾਂ ਮਣ ਲੱਕੜਾਂ ਸਾਰੇ ਸੰਸਾਰ ਦੀਆਂ ਇੱਕ ਰੱਤੀ ਮਾਤਰ ਚਿੰਗਾੜੀ ਸਾੜ ਕੇ ਸੁਆਹ ਕਰ ਦਿੰਦੀ ਹੈ। ਤ੍ਰਿਸ਼ਨਾ ਇੱਕ ਐਸੀ ਵਸਤੂ ਹੈ ਇਹ ਤ੍ਰਿਸ਼ਨਾ ਪਦਾਰਥਾਂ ਨਾਲ ਨਹੀਂ ਰੱਜਦੀ। ਭੋਗ ਪਦਾਰਥ ਜਿੰਨੇ ਬੰਦਾ ਕਰੀ ਜਾਵੇ ਗੁਰਮੁਖ ਪਿਆਰਿਓ ਕਈਆਂ ਦੀ ਫਿਲਾਸਫੀ ਹੈ। ਆਚਾਰੀਆ ਰਜਨੀਸ਼ ਓਸ਼ੋ ਉਹ ਕਹਿੰਦਾ ਵੀ ਭੋਗ ਵਿਲਾਸ ਕਰਕੇ ਬੰਦਾ ਜਿਹੜਾ ਉਹ ਸਿਥਲ ਹੋ ਜਾਂ ਰੱਜ ਜਾਂਦਾ ਫਿਰ ਉਹਦੀ ਬੰਦਗੀ ਵਾਲੇ ਪਾਸੇ ਉਹਦੀ ਆਪਣੀ ਫਿਲਾਸਫੀ ਹੈ। ਪਰ ਨਹੀਂ ਗੁਰਬਾਣੀ ਕਹਿੰਦੀ ਹੈ ਸਾਡੇ ਗੁਰੂ ਦਾ ਸਿਧਾਂਤ ਕਹਿੰਦਾ ਮਨੁੱਖ ਇਹਨਾਂ ਭੋਗ ਵਿਲਾਸਾਂ ਤੇ ਰੱਜ ਹੀ ਨਹੀਂ ਸਕਦਾ। ਭੋਗ ਵਿਲਾਸ ਇੱਥੇ ਨੌਜਵਾਨਾਂ ਦੀ ਗੱਲ ਸਗੋਂ ਛੱਡੋ ਬਿਰਧ ਅਵਸਥਾ ਤੱਕ ਬਜ਼ੁਰਗਾਂ ਤੱਕ ਕਥਾ ਕਹਾਣੀਆਂ ਸਾਡੇ ਸਾਹਮਣੇ ਆਉਂਦੀਆਂ ਹੀ ਆ। ਬਜ਼ੁਰਗ ਬੰਦਾ ਨਹੀਂ ਭੋਗ ਵਿਲਾਸਾਂ 'ਚ ਰੱਜਦਾ। ਪਦਾਰਥਾਂ ਨਾਲ ਵੱਡੇ ਵੱਡੇ ਰਾਜੇ ਮਹਾਰਾਜੇ ਨਹੀਂ ਰੱਜਦੇ ਭਾਵੇਂ ਕਿ ਛਕਣੀ 2 ਵਕਤ ਆਟੇ ਦੀ ਉਹ ਰੋਟੀ ਹੈ। ਕੋਈ ਰਾਜਾ ਮਹਾਰਾਜਾ ਸੋਨੇ ਦੀ ਰੋਟੀ ਨਹੀਂ ਖਾਂਦਾ। ਕੋਈ ਰਾਸ਼ਟਰਪਤੀ ਕੋਈ ਪ੍ਰਧਾਨ ਮੰਤਰੀ ਕੋਈ ਮੰਤਰੀ ਸੰਤਰੀ ਉਹ ਸੋਨੇ ਦੀ ਰੋਟੀ ਨਹੀਂ ਖਾਂਦਾ। ਰੋਟੀ ਉਹ ਵੀ ਆਟੇ ਦੀ ਖਾਂਦਾ। 2 ਰੋਟੀਆਂ ਆਟੇ ਦੀਆਂ ਖਾਣੀਆਂ ਨੇ। ਪਰ ਤ੍ਰਿਸ਼ਨਾ ਇੱਕ ਐਸੀ ਹੈ ਗੁਰਮੁਖ ਪਿਆਰਿਓ ਬੁਝਦੀ ਨਹੀਂ। ਰਾਜ
ਰੰਗ ਜਿਤਨੇ ਵੀ ਇਹ ਤ੍ਰਿਸ਼ਨਾ ਬੁਝਦੀ ਪਰਮਾਤਮਾ ਦੇ ਨਾਮ ਦੇ। ਕਿਸੇ ਨੂੰ ਰਾਜ ਸੋਨੇ ਦੇ ਮਹੱਲਾਂ 'ਚ ਸ਼ਾਂਤੀ ਨਾ ਆਵੇ ਤੇ ਕੋਈ ਕੱਖਾਂ ਕਾਨਿਆਂ ਦੀ ਕੁੱਲੀ ਵਿੱਚ ਬੈਠਾ ਰੱਬ ਦਾ ਨਾਮ ਜਪਦਾ ਸ਼ਾਂਤ ਬੈਠਾ। ਬਸਤਾਂ ਟੂਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਧਿਆਨ ਪਰਮਿਨਾ, ਮਿੱਤਰ ਨਾ ਇਠ ਧਨ ਰੂਪਹੀਨ ਕਿਸ ਸ਼ਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਤਾਂ ਹੀ ਉਹਨੂੰ ਸਤਿਗੁਰ ਨੇ ਰਾਜਾ ਆਖਿਆ, ਦੁਨੀਆਦਾਰ ਰਾਜੇ ਨੂੰ ਰਾਜਾ ਨਹੀਂ ਆਖਿਆ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਕਿਸੇ ਸੰਸਥਾ ਦੇ ਪ੍ਰਧਾਨ ਨੂੰ ਪ੍ਰਧਾਨ ਨਹੀਂ ਆਖਿਆ ਸਤਿਗੁਰਾਂ ਨੇ। ਸਤਿਗੁਰਾਂ ਆਖਿਆ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਉਹ ਨੇ ਅਸਲ ਪ੍ਰਧਾਨ ਜਿਹੜੇ ਪ੍ਰਭੂ ਨੂੰ ਸਿਮਰਦੇ ਆ, ਵਾਹਿਗੁਰੂ ਨੂੰ ਸਿਮਰਦੇ ਆ, ਵਾਹਿਗੁਰੂ ਦੇ ਨਾਮ ਵਿੱਚ ਲੀਨ ਆ। ਜਿਨ੍ਹਾਂ ਤ੍ਰਿਸ਼ਨਾ ਮਿਟਾ ਲਈ ਆਪਣੀ, ਮਿਟਦੀ ਕਿਵੇਂ ਆ? ਜਲ ਨਿਵਰੀ ਗੁਰ ਬੂਝ ਬੁਝਾਈ, ਪਰਮਾਤਮਾ ਦੇ ਨਾਮ ਜਲ ਦੇ ਨਾਲ ਗੁਰੂ ਨੇ ਬੂਝ ਬੁਝਾ ਦਿੱਤੀ, ਸੋਝੀ ਦੇ ਦਿੱਤੀ, ਗਿਆਨ ਦੇ ਦਿੱਤਾ ਕਿ ਭਾਈ ਇਹ ਤ੍ਰਿਸ਼ਨਾ ਬੂਝਾ ਹਰ ਕੈ ਨਾਮ। ਤੇ ਫਿਰ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਬੁਝਾ ਲਿਆ, ਫਿਰ ਮਨ ਦੇ ਲਿਆ, ਮਨ ਦੇ ਕੇ, ਕਿਉਂਕਿ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਉਹ ਸੋਨੇ ਚਾਂਦੀ ਨਾਲ ਨਹੀਂ ਪ੍ਰਾਪਤ, ਉਹ ਤਾਂ ਮਨ ਦੇ ਕੇ ਮਿਲਦਾ। ਫਿਰ ਉਹਨਾਂ ਨੇ ਗੁਰਮੁਖ ਪਿਆਰਿਓ ਉਹਦੇ ਰੰਗਾਂ ਦੇ ਵਿੱਚ ਜਿਨ੍ਹਾਂ ਨੇ ਰਚ ਕੇ ਗੁਣ ਗਾਏ, ਮਨ ਸਮਰਪਿਤ ਕਰ ਦਿੱਤਾ, ਪ੍ਰਾਪਤੀ ਉਹਨਾਂ ਨੇ ਕੀਤੀ ਹੈ। ਜੈਸਾ ਘਰ ਬਾਹਰ ਸੋ ਤੈਸਾ, ਬੈਸ ਗੁਫਾ ਮੈਂ ਆਖੂੰ ਕੈਸਾ, ਸਾਗਰ ਡੂਗਰ ਨਿਰਭਉ ਐਸਾ। ਉਹ ਪਰਮਾਤਮਾ ਅੰਦਰ ਬਾਹਰ ਇੱਕੋ ਹੀ ਹੈ। ਉਹ ਪਰਮਾਤਮਾ ਜੈਸਾ ਘਰ ਬਾਹਰ ਸੋ ਤੈਸਾ, ਉਹ ਹਰ ਜਗ੍ਹਾ ਤੇ ਪਰਮਾਤਮਾ ਉਹੀ ਹੈ। ਉਹਨੂੰ ਕੋਈ ਗੁਫਾ 'ਚ ਕੰਦਰ 'ਚ ਬਹਿ ਕੇ ਕਹੇ ਵੀ ਇਹੋ ਜਿਹਾ ਨਹੀਂ, ਉਹ ਤਾਂ ਹਰ ਜਗ੍ਹਾ ਰਮਣ ਰਾਮ ਤੇ ਰਾਮ ਕਹਾਇਓ, ਹਰ ਜਗ੍ਹਾ। ਉਹ ਸਾਗਰ 'ਚ ਵੀ, ਸਮੁੰਦਰ 'ਚ ਵੀ ਤੇ ਡੂੰਗਰ ਪਹਾੜ 'ਤੇ ਵੀ, ਉਹ ਸਾਰਾ ਪਰਮਾਤਮਾ ਨਿਰਭਉ ਨਿਡਰ, ਉਹ ਪਰਮਾਤਮਾ ਐਸਾ ਹੀ ਹੈ, ਹਰ ਜਗ੍ਹਾ ਦੇ ਉੱਪਰ ਵਸਿਆ। ਫਿਰ ਜਿਨ੍ਹਾਂ ਨੇ ਪ੍ਰਾਪਤੀ ਕਰ ਲਈ ਉਹਨਾਂ ਨੂੰ ਇਹ ਦਿਸਦਾ ਘਟ ਘਟ ਮੈਂ ਹਰ ਜੂ ਵਸੈ, ਉਹਨਾਂ ਨੂੰ ਦਿਖਾਈ ਦਿੰਦਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਮੂਏ ਕਉ ਕਹੋ ਮਾਰੇ ਕੌਣ, ਨਿਡਰੇ ਕਉ ਕੈਸਾ ਡਰ ਕਵਣ, ਸ਼ਬਦ ਪਛਾਨੈ ਤੀਨੋਂ ਭੌਣ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਰ ਗਿਆ ਉਹਨੂੰ ਕੌਣ ਮਾਰੇਗਾ? ਭਾਵ ਜਿਹੜਾ ਵਿਸ਼ੇ ਵਿਕਾਰਾਂ ਵਾਲੇ ਪਾਸੋਂ, ਔਗਣਾਂ ਵਾਲੇ ਪਾਸੋਂ, ਭੋਗ ਵਿਲਾਸਾਂ ਵੱਲੋਂ ਬਿਰਤੀ ਨੂੰ ਮਾਰ ਕੇ ਗੁਰੂ ਦੇ ਸ਼ਬਦ ਨੂੰ ਸਮਰਪਿਤ ਹੋ ਗਿਆ, ਫਿਰ ਉਹਨੂੰ ਕਿਹੜਾ ਵਿਸ਼ੇ ਵਿਕਾਰ ਤੰਗ ਕਰ ਸਕਦਾ? ਕਿਹੜਾ ਦੁਸ਼ਮਣ? ਮਨ ਜੀਤੈ ਜਗ ਜੀਤ। ਜਿਹਨੇ ਗੁਰੂ ਨੂੰ ਸਮਰਪਿਤ ਹੋ ਕੇ ਅਵਸਥਾ ਨੂੰ ਪਾ ਲਿਆ, ਜਿਹੜਾ ਨਿਡਰ ਨਾਲ ਜੁੜ ਗਿਆ, ਉਹਨੂੰ ਫਿਰ ਕਾਹਦਾ ਡਰ ਹੈ? ਤੇ ਜਿਹਨੇ ਸ਼ਬਦ ਦੁਆਰਾ ਪਛਾਣ ਲਿਆ, ਉਹਨੂੰ ਤਿੰਨਾਂ ਭੌਣਾਂ ਦੇ ਵਿੱਚੋਂ ਨਜ਼ਰ ਆਇਆ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ। ਉਹਨੂੰ ਹਰ ਜਗ੍ਹਾ ਤੇ ਰਮਿਆ ਫਿਰ ਪਰਮਾਤਮਾ ਦਿਖਾਈ ਦਿੰਦਾ। ਜਿਹਨੇ ਮਨ ਸਮਰਪਿਤ ਕਰ ਦਿੱਤਾ ਗੁਰੂ ਨੂੰ, ਗੁਰੂ ਨੂੰ ਸਮਰਪਿਤ ਹੋ ਗਿਆ, ਤਨ ਮਨ ਧਨ ਸਭ ਸੌਭ ਗੁਰ ਕੋ ਹੁਕਮ ਮੰਨਿਆ ਪਾਈਐ। ਜਿਨ ਕਹਿਆ ਤਿਨ ਕਹਿਣ ਬਖਾਨਿਆ, ਜਿਨ ਬੂਝਿਆ ਤਿਨ ਸਹਿਜ ਪਛਾਨਿਆ, ਦੇਖ ਵਿਚਾਰ ਮੇਰਾ ਮਨ ਮਾਨਿਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਈ ਤੇ ਕੇਵਲ ਕਹਿਣ ਕਹਾਉਣ ਦੀਆਂ ਗੱਲਾਂ ਹੀ ਕਰਦੇ ਆ, ਇੱਦਾਂ ਦਾ ਇੱਦਾਂ ਦਾ। ਪੂਛਤ ਪਥਕ ਜੈਸੇ ਮਾਰਗ ਨ ਧਾਰੈ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਣ ਸੇ ਜਾਈਐ। ਕੇਵਲ ਗੱਲਾਂ ਨਾਲ, ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਗੱਲਾਂ ਨਾਲ ਨਹੀਂ। ਜਿਵੇਂ ਗੁਰਮੁਖ ਪਿਆਰਿਓ ਪਾਣੀ ਪਾਣੀ ਕਹੇ ਤੇ ਪਿਆਸ ਨਹੀਂ ਮਿਟਦੀ, ਜਿਸ ਤਰ੍ਹਾਂ ਅੱਗ ਅੱਗ ਕਹਿਣ ਤੇ ਜਿਸ ਤਰ੍ਹਾਂ ਠੰਡ ਨਹੀਂ ਸਰਦੀ ਦੂਰ ਨਹੀਂ ਹੁੰਦੀ, ਕੇਵਲ ਗੱਲਾਂ ਨਾਲ ਨਹੀਂ। ਇੱਕ ਤੇ ਕਹਿਣ ਕਹਾਉਣ ਤੱਕ ਹੀ ਸੀਮਤ ਆ, ਪਰ ਜਿਨ ਬੂਝਿਆ ਤਿੰਨ ਸਹਿਜ ਪਛਾਣ। ਜਿਨ੍ਹਾਂ ਨੇ ਬੁੱਝ ਲਿਆ, ਜਾਣ ਲਿਆ, ਗੁਰੂ ਨੂੰ ਸਮਰਪਿਤ ਹੋ ਗਏ, ਸਹਿਜ ਅਵਸਥਾ ਵਿੱਚ ਉਹ ਪਰਮਾਤਮਾ ਨੂੰ ਜਾਣਿਆ, ਦੇਖ ਵਿਚਾਰ ਮੇਰਾ ਮਨ ਮਾਨਿਆ। ਫਿਰ ਉਹਨਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ, ਦੇਖ ਵਿਚਾਰ ਮੇਰਾ ਮਨ ਮਾਨੇ, ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਕੀਰਤ ਸੂਰਤ ਮੁਕਤ ਇਕ ਨਾਈ, ਇਹ ਸਾਰਾ ਕੁਝ ਸੋਭਾ, ਕੀਰਤੀ, ਵਡਿਆਈ, ਮੁਕਤੀ ਇੱਕ ਪਰਮਾਤਮਾ ਦੇ ਨਾਮ 'ਚ ਹੀ ਆ। ਨਾਮ ਤੋਂ ਬਿਨਾਂ, ਨਾਨਕ ਨਾਮ ਬਿਨਾਂ ਕੋ ਮੁਕਤ ਨਾ ਹੋਈ, ਨਾਮ ਤੋਂ ਬਿਨਾਂ ਕੋਈ ਪ੍ਰਾਪਤ ਨਹੀਂ। ਨਾਨਕ ਕਹਿ ਕਰ ਕੇਵਲ ਨਾਮ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਾਮ, ਕਲ ਮੈਂ ਕਰਮ ਧਰਮ ਨਹੀਂ ਕੋਈ,
कली का जन्म चंडाल के घर होई, नानक नाम बिन को मुक्त ना होई। एक परमात्मा दा नाम, तही नरंजन रहिया समाई, निज कर व्याप रहे। सतगुर सच्चे पातशाह महाराज कहंदे भाई ये सारा कुछ वो परमात्मा दे नाम, तही नरंजन रहिया समाई। वो परमात्मा ही हर जगह ते समाया ते ओदा जन जिहड़ा ओदे च समा जांदा, तही नरंजन। ओदे भी हिरद निरंजन, अंजन तो रहत, मल तो रहत, ओ परमात्मा। परमात्मा दा नाम निज कर व्याप रहिया, निज ठाई। ओ परमात्मा हर जगह ते विराजिया, अपनी जगह ते भी सुभाईमान ते हर जगह ते विराजिया, हर कण विच। जिस तरह सूरज दीयां किरणां हर जगह ते पैंदियां ने, ओ परमात्मा हर जगह ते हाज़र है ते नरलेप भी है, रमिया भी है ते नरलेप भी है। ओ परमात्मा उस्तत करह केते मुन प्रीत, ओ परमात्मा दी उस्तत है किन्ने ही मुनि जन रब दे प्यारे प्रीति ला के कर रहे हैं। तन मन सूचै साच सोचीत, जिन्हां ने हिरदे च सच वसा लिया फिर उन्हां दा ही तन मन सुचा होया। बाकी तो सब माता झूठी, पिता भी झूठा, झूठे ही फल लागे। आवह झूठे जाहे भी झूठे, झूठे मरह अभागे। कहो पंडित सूचा कवन ठाओ, जहाँ बैसों भोजन खाओ। सोच कौन गुरमुख प्यारियो, कहो नानक तेई नर सूचे, सूची परी परी विचार। जिन्हां दी विचार सूची हो गई, ਜਿਹੜੇ सच्चे नाल जुड़ गए, जिन्हां ने हिरदे च उस परमात्मा सच्चे नूं वसा लिया, उन्हां दा तन मन सुच्चा हो गया। फिर नानक हर भज नीता नीत, नानक नाम दी मोहर लगा के सतगुरु उचारण कर रहे। अखीर भाई उस परमात्मा नूं निता प्रति जपना कर। नानक हर भज नीता नीत, नित ओ परमात्मा दा नाम जप। ओ परमात्मा दा नाम जप के ही तेरी मुक्ति होनी। उस वाहिगुरू दी सिफत सलाह दे नाल जुड़ना कर। परमात्मा दी बख्शिश दे नाल जुड़िया ही तेरा जीवन सफला होना। काम क्रोध लोभ मोह हंकार आसा वासनावां तृष्णा ये ताही बस आउणियां जे गुरु नूं समर्पित हो जावे। आओ गुरमुख प्यारिओ, ਸਾਹਿਬਜ਼ਾਦਾ बाबा अजीत सिंह दा जन्म आप जी नाल पहला बचन कीता। वो जोधे जरनैल, उन्हां दे पाए पूरनिया ते चलण वाले बाणी बाणे दे धारनी। अनेकां गुरसिखां दा जीवन साडे सामणे है। सरबत खालसा वल्लों 1986 श्री अकाल तखत साहब के कार्यकारी जथेदार थापे गए सिंह साहब भाई गुरदेव सिंह कौंके, पंथ रतन फखरे कौम, जिन्हां दी शहादत दे 31 सालां बाद उन्हां दे इंसाफ की गल जिहड़ी लहर तुरी है पूरे संसार दे अंदर कि भाई किस तरीके दे नाल साडी कौम दे जथेदार नूं कोह के शहीद किया गया। उन्हां दे इंसाफ की लड़ाई नूं धार्मिक कानूनी तौर ते अगे तोरन वास्ते सिख संस्थावां वल्लों रल मिल के उपराले कीते जा रहे, जिन्हां दा शहीदी दिहाड़ा पहलां श्री अकाल तखत साहब ते पंथ वल्लों कौम वल्लों 31 सालां बाद, क्योंकि शहीद करके कहानियां कढ़ दित्तियां जी, फरार हो गए। उन्हां दी शहादत नूं दबाउण वास्ते अपने परायां दीयां सरकारां रहियां, किसी ने इंसाफ ना दिता। पर अज इंसाफ की लहर पिछले दिनी 10 जनवरी नूं श्री रकाबगंज साहब गुरुद्वारा साहब दिल्ली सिख गुरुद्वारा प्रबंधक कमेटी वल्लों शहीदी दिहाड़ा। फिर 25 जनवरी गुरुद्वारा श्री नाढ़ा साहब पातशाही 10वीं हरियाणा की धरती ते हरियाणा सिख गुरुद्वारा प्रबंधक कमेटी सिख संगतां वल्लों उत्थे गुरमुख प्यारे जिथे पंथ ने कौम ने फिर पंथ रतन फखरे कौम दे अवार्ड जथेदार कौंके साहब नूं दे के सन्मान ते माण महसूस किया कि साडे पंथ दे कौम दे फखरे कौम ने पंथ रतन। ते अज उन्हां दे इंसाफ की लड़ाई नूं अगे तोरदिआं 10 तरीक नूं 10 फरवरी नूं जलंधर विखे गुरमुख प्यारिओ वड्डा इकट्ठ होया और हुण 5 मार्च नूं वड्डा एक मार्च श्री अकाल तखत साहब वल नूं इस लहर नूं लोक लहर बनाउण लई ते आओ साडा सब दा फर्ज है इहदे च सहयोग करिए। असीं कौम की लड़ाई पंथ की लड़ाई नालों नाल गुरमुख प्यारिओ अपने हकां की लड़ाई ये जिहड़ी आ इस नूं अगे तोरना ये बेनती है समूह संगतां दे चरनां दे अंदर। बाकी साडे समागम तां चलदे ही रहिंदे, आपां कथा कीर्तन पूरे संसार विच साडे पंथ प्रसिद्ध रागी ढाडी प्रचारक नालों नाल पंथ दीआं सेवावां गुरु की किरपा दे सदका ये भी आपां करनियां। गुरपुरब मनाउणे, शहीदी दिहाड़े मनाउणे, उन्हां ते अपने गुरु की गल, कौम की गल, पंथ की गल
ਗੁਰਦੁਆਰਾ ਦਾਦੂ ਸਾਹਿਬ ਵਿਖੇ ਵੀ 17 ਤਰੀਕ ਦਾ ਵੱਡਾ ਮਹਾਨ ਨਗਰ ਕੀਰਤਨ, 18 ਨੂੰ ਸਾਲਾਨਾ ਗੁਰਮਤਿ ਸਮਾਗਮ ਔਰ 21 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਜੋ ਹਰ ਸਾਲ ਗੁਰਮੁਖ ਪਿਆਰੇ ਹੁੰਦੇ ਆ। 18 ਫਰਵਰੀ ਐਤਵਾਰ ਨੂੰ ਜਿੱਥੇ ਬੇਅੰਤ ਮਹਾਂਪੁਰਸ਼ਾਂ ਵੱਲੋਂ ਸੁਭਾਗੇ ਜੋੜਿਆਂ ਨੂੰ ਆਸ਼ੀਰਵਾਦ ਦਿੱਤੇ ਜਾਣੇ ਆ ਔਰ ਇਹ ਪੰਥ ਦੇ ਕਾਰਜ, ਸਮਾਜ ਭਲਾਈ ਦੇ ਕਾਰਜ, ਜੋ ਗੁਰੂ ਨੇ ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਪਦੇਸ਼ ਦਿੱਤਾ ਹੈ। ਪੰਥ ਪ੍ਰਸਿੱਧ ਸਮਾਜ ਸੇਵੀ ਸ਼ਖਸੀਅਤਾਂ ਦੇ ਸਨਮਾਨ ਵੀ ਹੋਣੇ। ਸੋ ਆਓ ਮੈਂ ਬੇਨਤੀ ਕਰੂੰਗਾ ਗੁਰਮੁਖ ਪਿਆਰਿਓ ਕਿ ਆਪਣਾ ਫਰਜ਼ ਸਮਝਦੇ ਹੋਏ ਹਰ ਜਗ੍ਹਾ ਤੇ ਜਿੱਥੇ ਵੀ ਗੱਲ ਕੌਮ ਦੀ, ਧਰਮ ਦੀ, ਉੱਥੇ ਆਪਣਾ ਪੂਰਾ ਪਾਰਟਿਸਿਪੇਟ ਕਰਨਾ, ਯੋਗਦਾਨ ਪਾਉਣਾ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ।